तो लास्ट टाइम ਆਪਾਂ ਰੈਜ਼ਿਸਟਿਵ ਲੋਡ ਤੇ ਗੱਲ ਕੀਤੀ ਸੀਗੀ ਹਾਫ ਵੇਵ ਕੰਟਰੋਲ ਰੈਕਟੀਫਾਇਰ ਦੀ। ਰੈਜ਼ਿਸਟਿਵ ਲੋਡ ਦਾ ਮਤਲਬ ਕੀ ਸੀ ਕਿ ਜਦੋਂ ਸਾਨੂੰ ਆਊਟਪੁੱਟ ਤੇ ਜੋ ਵੋਲਟੇਜ ਇੰਕਰੀਜ਼ ਹੋ ਕੇ ਮਿਲਦੀ ਸੀ ਉਹਦੇ ਹਿਸਾਬ ਨਾਲ ਸਾਡਾ ਕਰੰਟ ਵੀ ਇੰਕਰੀਜ਼ ਹੁੰਦਾ ਸੀ, ਜੇ ਵੋਲਟੇਜ ਡਿਕਰੀਜ਼ ਹੁੰਦੀ ਸੀ ਤਾਂ ਕਰੰਟ ਵੀ ਡਿਕਰੀਜ਼ ਹੋ ਜਾਂਦਾ ਸੀ। ਠੀਕ ਹੈ, ਐਂਡ ਦੋਨੋਂ ਇਨ ਫੇਸ ਹੁੰਦੇ ਸੀ, ਵੋਲਟੇਜ ਤੇ ਕਰੰਟ ਦੋਨੋਂ ਇੱਕੋ ਫੇਸ ਦੇ ਉੱਤੇ ਡੀਲ ਕਰਦੇ ਸੀ। ਠੀਕ ਹੈ ਜੀ, ਸਾਨੂੰ ਆਪਾਂ ਇਨਪੁਟ ਦਿੰਦੇ ਸੀਗੇ ਐਦਾਂ ਦੀ ਰੈਕਟੀਫਾਇਰ ਨੂੰ। ਰੈਕਟੀਫਾਇਰ ਦਾ ਕੰਮ ਹੁੰਦਾ both direction ਬਾਈ ਡਾਇਰੈਕਸ਼ਨਲ ਕਰੰਟ ਨੂੰ ਯੂਨੀ ਡਾਇਰੈਕਸ਼ਨਲ ਚ ਕਨਵਰਟ ਕਰਨਾ, AC to DC। ਇਹ ਕੀ ਕਰਦਾ ਸੀ, ਸਾਨੂੰ ਕੰਟਰੋਲਡ ਵੇ ਦੇ ਵਿੱਚ ਇੱਕੋ ਹਾਫ ਵੇਵ, ਪੋਜ਼ਿਟਿਵ ਹਾਫ ਵੇਵ ਜਿੱਥੇ ਆ ਰਹੀ ਹੈ ਸਿਰਫ ਉਹਦੇ ਵਿੱਚ ਡੀਲ ਕਰਦਾ ਸੀ। ਮਤਲਬ ਸਾਨੂੰ ਆਊਟਪੁੱਟ ਐਦਾਂ ਦੀ ਦਿੰਦਾ ਸੀਗਾ। ਐਂਡ ਆ ਜਿਹੜੀ ਆਊਟਪੁੱਟ ਹੈ ਇਹਦੇ ਵਿੱਚ ਜਿਹੜਾ ਸਾਡੇ ਕੋਲ ਫਾਇਰਿੰਗ ਐਂਗਲ ਹੁੰਦਾ ਅਲਫਾ, ਇਹਦੇ ਅਕੋਰਡਿੰਗਲੀ ਆਪਾਂ ਜਿਹੜੀ ਆ ਉਹ ਚੇਂਜ ਕਰ ਸਕਦੇ ਸੀ ਆਪਣੀ ਵੋਲਟੇਜ। ਠੀਕ ਹੈ, ਸੋ ਕੰਟਰੋਲਡ ਵੇ ਨਾਲ ਸਾਨੂੰ ਆਊਟਪੁੱਟ ਮਿਲਦੀ ਸੀ। ਇਹ ਸੀਗਾ ਰੈਜ਼ਿਸਟਿਵ ਲੋਡ। आवाज आ रही है? हाँ जी यस सर। यस सर। नेटवर्क इशू आ गया था। यस सर। तो ਆਪਾਂ ਅੱਜ ਗੱਲ ਕਰਾਂਗੇ RL ਲੋਡ ਦੀ। ਸਿਰਫ ਫਰਕ ਕੀ ਹੋਣਾ, ਸੇਮ ਸਾਡੇ ਕੋਲ ਇੱਕੋ SCR ਹਾਫ ਵੇਵ ਦੇ ਵਿੱਚ ਆਪਾਂ ਪੜਿਆ ਹੋਇਆ ਕਿ ਇੱਕੋ SCR ਯੂਜ਼ ਕਰਦੇ ਆਪਾਂ। तो इनपुट सप्लाई ਦੇ ਨਾਲ SCR1 ਯੂਜ਼ ਕਰਾਂਗੇ ਆਪਾਂ। ठीक है, सिर्फ फर्क की आना इत्थे रजिस्टिव लोड की जगह RL लोड लग जाएगा। RL लोड मतलब जिहदे विच एक रेजिस्टेंस होएगी ते एक इंडक्टेंस होएगी। ठीक है, ते जिहड़ी रेजिस्टेंस हुंदी है उहदा इफेक्ट नहीं पैंदा, पर जदों विच इंडक्टेंस लग जाती है दैट इज हाईली इंडक्टिव। ठीक है, हाई इंडक्टेंस है तो जिहड़ा साडा आउटपुट होएगी या जिहड़ा साडा लोड होएगा उहनूं आपां इंडक्टिव लोड भी कह सकते हैं। ठीक है, बिकॉज उत्थे इंडक्टेंस दा इफेक्ट ज़्यादा। हुण जदों ऐदां दा लोड होएगा, पहली गल तां ऐदां दा लोड होएगा क्यों, तो ਜਦੋਂ ਆਪਾਂ ਮੋਟਰ ਨੂੰ ਯੂਜ਼ ਕਰਦੇ ਆ ਐਜ਼ ਐਨ ਲੋਡ, ਮੋਟਰ ਦੇ ਵਿੱਚ ਸਾਨੂੰ ਪਤਾ ਕਿ ਇੱਕ ਆਰਮੇਚਰ ਫੀਲਡ ਸਾਡੀ ਵਾਈਂਡਿੰਗ ਹੁੰਦੀ ਹੈ, ਇੱਕ ਫੀਲਡ ਵਾਈਂਡਿੰਗ ਹੁੰਦੀ ਹੈ, ਐਂਡ ਬੋਥ ਆਰ ਥੀਸ ਕੁਆਇਲਸ। ਠੀਕ ਹੈ, ਔਰ ਜਿਹੜੀ ਕੁਆਇਲਸ ਹੁੰਦੀ ਹੈ ਦੈਟ ਆਰ ਨੋਨ ਐਜ਼ ਇੰਡਕਟੈਂਸ। ਦੈਟ ਮੀਨਸ ਉਹਦੇ ਵਿੱਚ ਸਾਡੇ ਕੋਲ ਕੁਝ ਇੰਡਕਟੈਂਸ ਮੌਜੂਦ ਹੁੰਦੀ ਹੈ ਮੋਟਰ ਵਿੱਚ। ਉਸ ਟਾਈਮ ਦੇ ਜਿਹੜੀ ਹੈ ਇੰਡਕਟੈਂਸ ਹੈ ਦਾ ਇਫੈਕਟ ਪੈਂਦਾ ਆਊਟਪੁੱਟ ਦੇ ਉੱਪਰ। ਸੋ ਦੈਟ ਇਜ਼ ਵਾਈ ਵੀ ਟੇਕ ਦੈਟ RL ਲੋਡ। ਠੀਕ ਹੈ, ਆਪਾਂ ਇਹ ਵੀ ਦੇਖਣਾ ਕਿ ਜਦੋਂ ਮੋਟਰ ਲਗਾਵਾਂਗੇ ਤਾਂ ਸਾਡਾ ਜਿਹੜਾ ਰੈਕਟੀਫਾਇਰ ਦਾ ਇਫੈਕਟ ਹੈ ਉਹ ਕੀ ਪੈਂਦਾ, ਤੇ ਜਦੋਂ ਮੋਟਰ ਦੀ ਜਗ੍ਹਾ ਕੋਈ ਰੈਜ਼ਿਸਟਿਵ ਲੋਡ ਲਗਾਵਾਂਗੇ ਤਾਂ ਕੀ ਇਫੈਕਟ ਪੈਂਦਾ। ਉਹ ਦੋਨਾਂ ਬਾਰੇ ਆਪਾਂ ਡਿਸਕਸ਼ਨ ਕਰਨਾ ਇਹਦੇ ਵਿੱਚ। ਹੁਣ ਆਪਾਂ RL ਲੋਡ ਦੀ ਗੱਲ ਕੀਤੀ ਹੈ। RL ਲੋਡ ਕੀ ਹੁੰਦਾ ਮੈਂ ਇੱਥੇ ਤੁਹਾਨੂੰ ਦੁਬਾਰਾ ਦੱਸ ਦਿੰਦਾ। ਦ ਲੋਡ ਇਜ਼ ਅਸਿਊਮਡ ਟੂ ਬੀ ਹਾਈਲੀ ਇੰਡਕਟਿਵ ਇਨ ਦਿਸ ਸਿੰਗਲ ਫੇਸ HWCR। HWCR ਦੀ ਫੁੱਲ ਫਾਰਮ ਹਮੇਸ਼ਾ ਯਾਦ ਰੱਖਣੀ ਹੈ, that is half wave control rectifier with RL load is divided into two operations। ਹੁਣ ਇਹਦੇ ਵਿੱਚ ਦੋ ਆਪਰੇਸ਼ਨ ਵਿੱਚ ਇਹਨੂੰ ਵੰਡਿਆ ਜਾਂਦਾ। ਇੱਕ ਹੁੰਦਾ ਡਿਸਕੰਟੀਨਿਊਸ ਕਰੰਟ ਆਪਰੇਸ਼ਨ, ਇੱਕ ਹੁੰਦਾ ਕੰਟੀਨਿਊਸ ਕਰੰਟ ਆਪਰੇਸ਼ਨ। ਡਿਸਕੰਟੀਨਿਊਸ ਦਾ ਮਤਲਬ ਜਿਹਦੇ ਵਿੱਚ ਜਿਹੜਾ ਕਰੰਟ ਹੈ ਉਹ ਜਦੋਂ ਆਪਾਂ ਪਿੱਛੋਂ ਇਨਪੁਟ ਦੇ ਰਹੇ ਹਾਂ, ਇਨਪੁਟ ਸਾਡੀ ਕੰਟੀਨਿਊਸ ਆ ਰਹੀ ਹੈ, ਇਹਦੇ ਚ ਆਪਾਂ ਸਿਰਫ ਹਾਫ ਵੇਵ ਲਈ ਡੀਲ ਕਰਾਂਗੇ ਬਿਕੋਜ਼ ਇਹ ਹੈ ਹੀ ਹਾਫ ਵੇਵ ਕੰਟਰੋਲ ਰੈਕਟੀਫਾਇਰ। ਹੁਣ ਹਾਫ ਵੇਵ ਦੇ ਵਿੱਚ ਜਦੋਂ ਕਰੰਟ ਆਏਗਾ ਸਾਡੇ ਕੋਲ, ਜੋ ਵੀ ਬਾਹਰ ਨਿਕਲ ਕੇ ਆਏਗਾ ਉਹ ਸਾਡੇ ਕੋਲ ਡਿਸਕੰਟੀਨਿਊਸ ਹੋਏਗਾ। ਡਿਸਕੰਟੀਨਿਊਸ ਦਾ ਮਤਲਬ ਉਹ ਵਿੱਚ ਟੁੱਟ ਜਾਏਗਾ, ਫਿਰ ਆਏਗਾ ਸਾਡੇ ਕੋਲ, ਫਿਰ ਟੁੱਟ ਜਾਏਗਾ, ਫਿਰ ਆਏਗਾ, ਉਹਨੂੰ ਕਹਿੰਦੇ ਡਿਸਕੰਟੀਨਿਊਸ ਆਪਰੇਸ਼ਨ। ਪਰ ਜਿਹੜਾ ਕੰਟੀਨਿਊਸ ਕਰੰਟ ਆਪਰੇਸ਼ਨ ਹੈ ਉਹਦੇ ਵਿੱਚ ਸਾਡੀ ਆਊਟਪੁੱਟ ਜਿਹੜੀ ਆਏਗੀ, ਆਊਟਪੁੱਟ ਕਰੰਟ ਉਹ ਕੰਟੀਨਿਊਸ ਆਏਗੀ ਫॉर ऑल ਦਾ ਸਾਈਕਲ। ਸੋ ਇਹ ਆਪਾਂ ਪੋਸੀਬਲ ਬਣਾ ਸਕਦੇ ਹਾਂ। ਇਹਦੇ ਲਈ ਇੱਕ ਵੱਖਰਾ ਸਾਨੂੰ ਕੰਪੋਨੈਂਟ ਲਗਾਉਣਾ ਪੈਂਦਾ, ਉਹ ਬਾਅਦ ਚੋਂ ਗੱਲ ਕਰਾਂਗੇ। ਸੋ ਦੋ ਤਰ੍ਹਾਂ ਨਾਲ ਦੋ ਮੋਡ ਹੈ ਇਹਦੇ ਕੰਮ ਕਰਨ ਦੇ RL ਲੋਡ ਦੇ ਵਿਦ ਦਾ HWCR, discontinuous current operation and continuous current operation। ਪਹਿਲਾਂ ਆਪਾਂ ਪੜਾਂਗੇ discontinuous current operation। तो इस टॉपिक ਨੂੰ ਤੇ ਹੈਡਿੰਗ ਬਣਾਇਆ ਹੋਇਆ ਮੈਂ HWCR with inductive load। inductive means RL load। ਇਹਦੇ ਚ ਸਭ ਤੋਂ ਪਹਿਲਾਂ ਆਪਾਂ discontinuous current operation ਕਰ ਰਹੇ ਹਾਂ। this is the diagram, you have to make it। वो आप बना लोगे। अब इसमें क्या किया है, सिंपल एक डायग्राम है, रेक्टिफायर सर्किट बनया हुआ है जिहदे विच इत्थे इनपुट सप्लाई लाई है AC सप्लाई, एक SCR लाया जिन्होंने नाम दिता T। इत्थे तुसी SCR1 भी लिख सकते हो, देयर इज नो मतलब बार की तुसी सिर्फ T लिखना है, कुछ भी लिख सकते हो। ठीक है, सो दिस इज वन SCR and this is the RL load given at the output side। ठीक है, R stands for resistance and L stands for inductance। तो एक HWCR ਦਾ ਇੱਕ डायग्राम है, इनू ही जस्टिफाई करांगे ਇਹਦੇ ਆਪਰੇਸ਼ਨ ਨੂੰ। ठीक है, ਹੁਣ ਇਹਦੇ ਚ ਕੀ ਦਿੱਤਾ ਹੋਇਆ ਹੈ, ਸਿੰਗਲ ਫੇਸ HWCR with RL load is given in figure।
नॉर्मली मोटर्स आर कंसिडर्ड एज इंडक्टिव लोड। हुण सानू पता कि मोटर जिहड़ी आ उहनूं इंडक्टिव लोड मन्निया जांदा है, वेयर एल इज द आर्मेचर और फील्ड कॉइल, जिहदे विच एल स्टैंड्स फॉर ओहदी आर्मेचर फील्ड हुंदी है, ओहदी सॉरी आर्मेचर कॉइल हुंदी है, फील्ड कॉइल हुंदी है, इनू इंडक्टेंस कहने आपां। ते आर जिहड़ी हुंदी है दोनों कॉइल दी रेजिस्टेंस नूं मान सकते हैं। तो साडे कोल टोटल आर एल लोड हो गया इत्थे। उस तो बाद हुण इनू जिहड़ा ऑपरेशन जदों ऐसे सर्किट नूं आपां ऑपरेशन विच लैके जाना, इहदा जदों आपां वर्किंग प्रिंसीपल देखना, तां इहदे बेसिकली साडे कोल इनपुट सप्लाई दे अकॉर्डिंगली दो साइकिल बनदे आ। ठीक है, जदों आपां इनपुट सप्लाई दिंने आ बी इन ते इत्थे, तां साडे कोल दो साइकल्स आंदे आ, पॉजिटिव ते नैगेटिव। आपां दोनां नूं पॉजिटिव नूं दो मोड विच कन्वर्ट करता, मोड 1 ते मोड 2 च, ते नैगेटिव नूं आपां दो दे विच करता, मोड 3 ते मोड 4 दे विच। तो चार मोड्स दे विच गल करांगे। सब तो पहला पॉजिटिव हाफ साइकिल नूं डिवाइड कीता इन्हां ने दो इंटरवल्स विच। पॉजिटिव हाफ साइकिल जदों आपां इनपुट सप्लाई ते पॉजिटिव सप्लाई दे रहे हैं, ठीक है, इनू दो मोड विच डील करता। पहला हैगा मोड 1 जो कि 0 तो अल्फा तक होएगा। अल्फा की है जिथे आपां ट्रिगर करते हैं SCR नूं, वो पॉइंट नूं अल्फा का नाम दिता गया। सो पहला मोड होएगा जिथे जदों तक आपां उहनूं ट्रिगर नहीं कीता 0 तो लैके उत्थे तक। दूजा मोड है साडा मोड 2, दैट इज अल्फा टू पाई। पाई की है 180 डिग्री, दैट मीनस पॉजिटिव हाफ साइकिल जिथे खत्म हुंदा वो पाई हुंदा। तो अल्फा तो लैके पाई तक जिहड़ा साडा मोड 2 है ਉਹਦੇ बारे गल करांगे आपां। ठीक है, मोड 1 is 0 to अल्फा, मोड 2 is अल्फा टू पाई। ਇਹ ਸਾਡਾ पॉजिटिव हाफ साइकिल हो गया, दो ਚ ਵੰਡਤਾ ਆਪਾਂ ਨੂੰ। ਸਭ ਤੋਂ ਪਹਿਲਾਂ मोड 1, ਇਹਦੇ ਵਿੱਚ ਦਿੱਤਾ ਹੋਇਆ ਕਿ 0 to अल्फा ਚ ਕੀ ਹੋਏਗਾ। दैट मीनस मेरी इनपुट सप्लाई आया इस टाइम ਤੇ, ਇਹਦੇ ਚ अल्फा मान लो ਇੱਥੇ तक ਦਿੱਤਾ है। सो ਆ ਜਿਹੜਾ पोर्शन है ਇਹਦੇ ਵਿੱਚ आउटपुट ਕੀ ਆਏਗੀ, ਸਾਨੂੰ ਉਹਦੇ ਬਾਰੇ ਗੱਲ ਕੀਤੀ ਇੱਥੇ। तो ਇਹਦੇ ਬਾਰੇ मैं बोलदा ਹੁਣੇ। ड्यूरिंग पॉजिटिव हाफ साइकिल द थायरिस्टर T, ਹੁਣ ਆਪਾਂ SCR भी नाम ले सकते हैं, मैं जिद्दां ਤੁਹਾਨੂੰ ਕਿਹਾ कि थायरिस्टर भी कह सकते हैं, SCR1 भी कह सकते हैं। तो कई बुक्स में SCR1 ਦਿੱਤਾ ਹੋਏਗਾ, ਸਾਨੂੰ ਇੱਥੇ थायरिस्टर, मैं थायरिस्टर ਦੇ अकॉर्डिंगली बोल रहा, दोनों चीज़ां सेम है। ड्यूरिंग पॉजिटिव हाफ साइकिल द थायरिस्टर T इज इन फॉरवर्ड ब्लॉकिंग मोड। ਹੁਣ ਕੀ ਹੋਏਗਾ, ਸਾਨੂੰ ਹਾਲੇ गेट पल्स नहीं मिली SCR ਨੂੰ। तो ਜਦੋਂ गेट पल्स नहीं मिलती तो की हुंदा, वो फॉरवर्ड ब्लॉकिंग मोड ਦੇ ਵਿੱਚ ਡੀਲ ਕਰਦਾ SCR, मतलब वो इस पॉइंट ਦੇ ਉੱਤੇ ਡੀਲ ਕਰਦਾ ਹੁੰਦਾ, ਇੱਥੋਂ ਦੀ ਲੈ ਕੇ ਇੱਥੇ ਤੱਕ। इस टाइम ਤੇ सिर्फ लीकेज करंट फ्लो करेगा, कंडक्शन स्टार्ट नहीं हुंदी SCR ਦੀ। सो थायरिस्टर एक्ट एज एन ओपन सर्किट। उस टाइम ते थायरिस्टर एक ओपन सर्किट की तरह डील करता है ਜਦੋਂ तक ਆਪਾਂ ਨੂੰ गेट पल्स नहीं दिंदे, मतलब 0 तो लैके अल्फा तक इट विल एक्ट एज एन ओपन सर्किट। Hence the output voltage is 0 and output current is also 0। उस टाइम ते ਜਿਹੜੀ ਸਾਨੂੰ आउटपुट वोल्टेज मिलेगी वो 0 मिलेगी। दैट मीनस ਇੱਥੇ मैं अगर VO बनावा वो मेरा इस टाइम तक 0 है, ਇੱਥੇ तक जिथे तक अल्फा आ रहा है। ठीक है, तो जे मैं आउटपुट करंट बनावा वो भी मेरा उस टाइम तक 0 आएगा, बिकॉज सानू इत्थे कुछ नहीं मिलेगा ओपन सर्किट होने करके। ते ਜਿਹੜੀ सारी दी सारी आउटपुट इनपुट वोल्टेज है सारी दी सारी ਇਹਦੇ क्रॉस दिखेगी सानू VT ਦੇ क्रॉस। ठीक है, V इन सारी दी सारी VT ਦੇ क्रॉस दिखेगी। अगला मोड की कहता है जो आप गेट पल्स दे दें। हुण यह वाली चीज मैं दोबारा बनाना इत्थे। हुण अल्फा तो लैके पाई तक डील करांगे आपां इनपुट तक, यह वाली इनपुट ते डील करांगे। इस टाइम ते की होएगा, वैन गेट पल्स और ट्रिगर पल्स इज अप्लाइड टू द थायरिस्टर, जो गेट पल्स दे दी जाती थायरिस्टर नूं तां की हुंदा इक्को दम है कंडक्शन मोड दे विच चला जांदा। दिस इज कॉल्ड कंडक्शन मोड। कंडक्शन मोड च आ गया, दिस इज कॉल्ड फॉरवर्ड कंडक्शन मोड। ठीक है, एंड थायरिस्टर एक्ट एज अ शॉर्ट सर्किट। उस टाइम ते थायरिस्टर जिहड़ा है शॉर्ट सर्किट या क्लोज्ड स्विच की तरह डील करेगा। क्लोज्ड स्विच की तरह करेगा तो एक क्लोज सर्किट बन गया, तो सारा का सारा करंट इधरों दी फ्लो करना शुरू हो जाएगा। दैट मीनस जिहड़ा V इन सप्लाई है सानू V आउटपुट ते मिलनी शुरू हो जाएगी। बट ਇਹਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਲੱਗੀਆਂ, ਇੱਕ R ਤੇ ਇੱਕ L। L ਦਾ ਕੰਮ ਕੀ ਹੁੰਦਾ, ਜਦੋਂ ਪਿੱਛੋਂ AC ਸਪਲਾਈ ਆਂਦੀ ਹੈ, AC ਕਰੰਟ ਆਂਦਾ, ਤਾਂ ਸਾਡਾ ਜਿਹੜੀ ਇੰਡਕਟੈਂਸ ਹੁੰਦੀ ਹੈ ਉਹਦੀ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਇਟ oppose the change in current। ਇਹ ਕੀ ਕਰੇਗਾ, it will take time to charge। ਜਿਹੜਾ ਪਿੱਛੋਂ ਕਰੰਟ ਇਦਾਂ ਆ ਰਿਹਾ ਸੀਗਾ, ਇਹ ਕੀ ਕਰੇਗਾ, ਉਹਨੂੰ ਬੜੀ ਹੌਲੀ ਹੌਲੀ ਇੰਕਰੀਜ਼ ਕਰੇਗਾ। मतलब जे करंट पिछों इंक्रीज हो रहा तो यह भी इंक्रीज करेगा करंट नूं, बट ये बड़ी स्लो करेगा, डिले देगा विच। क्यों करेगा, बिकॉज इट ओपोज टू चेंज इन करंट। ये ओपोज करता है कि करंट चेंज ना हो, ते ओदे करके साडे कोल आउटपुट जिहड़ी है वो बहुत स्लो आउटपुट करंट दी इंक्रीज होएगी। इट विल इंक्रीज, करंट इंक्रीज होएगा बट स्लोली होएगा। सो इन दिस केस द इंडक्टर स्टार्ट्स चार्जिंग। इंडक्टर चार्ज होना शुरू हो जाता।
with the help of applied voltage ਜਿਹੜੀ ਇਹਨੂੰ voltage ਮਿਲ ਰਹੀ ਹੈ ਪਿੱਛੋਂ ਦੀ ਉਹਦੇ ਕਰਕੇ ਚਾਰਜ ਹੋਣਾ ਸ਼ੁਰੂ ਹੋ ਗਿਆ। output current starts increasing during charging, ਉਸ ਟਾਈਮ ਤੇ ਸਾਨੂੰ output current ਜ਼ਰੂਰ ਮਿਲੇਗਾ, IO ਮਿਲੇਗਾ but slow ਮਿਲੇਗਾ, increase ਹੁੰਦਾ ਹੋਏਗਾ। hence output voltage is positive, ਜਿਹੜੀ output voltage ਮਿਲੇਗੀ ਉਹ ਸਾਡੇ ਕੋਲ positive ਆਏਗੀ and output current is also positive and increase gradually, gradually ਦਾ ਮਤਲਬ slowly increase ਕਰੇਗਾ and the inductive load stores the energy in this mode of operation। ਹੁਣ ਮੇਰੇ ਕੋਲ ਇੱਥੇ ਜਿਹੜੀ ਉਹ ਬਣੇਗੀ output ਬਣੇਗੀ, ਉਹ ਕੀ ਬਣੇਗੀ ਇੱਥੇ ਮੈਂ ਤੁਹਾਨੂੰ ਸ਼ੋ ਕਰਦਾ। ਆ ਮੇਰੇ ਕੋਲ ਇਨਪੁਟ ਹੈ, ਆਪਾਂ ਇੱਥੋਂ ਦੀ ਮੋਡ ਸ਼ੁਰੂ ਕਰਨਾ ਸੀ ਅਲਫਾ ਤੋਂ ਪਾਈ ਤੱਕ, ਜਿਹੜੀ ਸਾਡੇ ਕੋਲ ਆਊਟਪੁੱਟ ਆਏਗੀ ਉਸ ਟਾਈਮ ਤੇ ਉਹ ਤਾਂ ਸਾਡੀ ਸੇਮ ਏਦਾਂ ਆਊਗੀ ਜਿੱਦਾਂ ਨਾਰਮਲ ਪਿਛਲੀ ਵਾਰ ਆਰ ਦੇ ਵਿੱਚ ਆ ਰਹੀ ਸੀ, ਪਰ ਜਿਹੜਾ ਸਾਡਾ ਕਰੰਟ ਆ ਰਿਹਾ ਇਸ ਟਾਈਮ ਤੇ ਉਹ ਕਿੱਦਾਂ ਆਏਗਾ, ਇਟ ਵਿਲ ਲਾਈਕ ਦਿਸ, ਉਹ ਇੰਕਰੀਜ਼ ਕਰਨਾ ਸ਼ੁਰੂ ਹੋ ਜਾਏਗਾ ਐਂਡ ਇਸ ਪੁਆਇੰਟ ਤੇ ਆ ਕੇ ਮੈਕਸਿਮਮ ਹੋਏਗਾ, ਠੀਕ ਹੈ, ਸਲੋਲੀ ਇੰਕਰੀਜ਼ ਕਰੇਗਾ। ਸੋ ਦਿਸ ਇਜ਼ ਦਾ VO ਐਂਡ ਦਿਸ ਇਜ਼ IO, ਰਾਈਟ। ਹੁਣ ਅੱਗੇ ਚੱਲਦੇ ਆ, ਇਹ ਹੋ ਗਿਆ ਸਾਡਾ ਹਾਫ ਸਾਈਕਲ ਕੰਪਲੀਟ ਹੋ ਗਿਆ। ਹੁਣ ਆ ਗਿਆ ਆਪਣਾ ਸਾਡਾ ਨੈਗੇਟਿਵ ਹਾਫ ਸਾਈਕਲ। ਨੈਗੇਟਿਵ ਹਾਫ ਸਾਈਕਲ ਜਦੋਂ ਪਿੱਛੋਂ AC ਸਪਲਾਈ ਦੀ ਆ ਵਾਲਾ ਤਾਂ ਹੋ ਗਿਆ ਕੰਪਲੀਟ। ਹੁਣ ਜਦੋਂ ਨੈਗੇਟਿਵ ਹਾਫ ਸਾਈਕਲ ਆਣਾ, ਇਹਨੂੰ ਵੀ ਦੋ ਤਰੀਕੇ ਚ ਵੰਡਤਾ ਉਹਨਾਂ ਨੇ, ਮੋਡ 3 ਤੇ ਮੋਡ 4। ਮੋਡ 3 ਕਿੱਥੇ ਤੱਕ ਹੈ ਦੇਖੋ, ਪਹਿਲਾਂ ਤਾਂ ਨੈਗੇਟਿਵ ਹਾਫ ਸਾਈਕਲ ਪੂਰਾ ਪਾਈ ਤੋਂ ਲੈ ਕੇ 2π ਤੱਕ ਆਪਾਂ ਡਿਫਾਈਨ ਕਰਦੇ, ਦਿਸ ਇਜ਼ ਕਾਲਡ 2π। 2π ਮਤਲਬ 360 ਡਿਗਰੀ, ਠੀਕ ਹੈ। ਸੋ ਪਾਈ ਤੋਂ ਲੈ ਕੇ 2π ਤੱਕ ਨੈਗੇਟਿਵ ਹਾਫ ਸਾਈਕਲ ਹੈ, ਉਹਦੇ ਚੋਂ ਮੋਡ 3 ਜਿਹੜਾ ਹੈ ਉਹ ਪਾਈ ਤੋਂ ਬੀਟਾ ਤੱਕ ਹੈ। this point is called beta। ਜਿੱਦਾਂ ਇੱਥੇ ਇੱਕ ਫਾਇਰਿੰਗ ਐਂਗਲ ਸੀਗਾ ਅਲਫਾ ਕਹਿੰਦੇ ਸੀ, ਜਦੋਂ ਹਾਫ ਸਾਈਕਲ ਨੈਗੇਟਿਵ ਆਣਾ ਹੈ ਉਦੋਂ ਆਪਾਂ ਉਸ ਪੁਆਇੰਟ ਨੂੰ ਬੀਟਾ ਦਾ ਨਾਮ ਦਿੱਤਾ, ਹੈਗਾ ਇਹ ਵੀ ਫਾਇਰਿੰਗ ਐਂਗਲ ਹੀ ਹੈ। तो बीटा तक पाई तो लैके बीटा तक एक मोड हो गया, उस तो बाद बीटा तो लैके 2π तक दूजा मोड हो गया जिन्होंने मोड 4 का नाम दिता। तो 4 मोड हो गए साडे को, पहले दो आप पहला कर ले, हुण मोड 3 ते मोड 4 बारे गल करांगे दे विच। मोड 3 की कहंदा है, दैट इज फ्रॉम पाई टू बीटा। पाई टू बीटा मतलब आपां इत्थों दी लैके आ चीज डिस्कस करनी है कि जदों आ चीज आंदी होएगी उदों साडे आउटपुट दे विच की चेंजेस आणगे। तो ਉਹਦੇ ਬਾਰੇ ਦਿੱਤਾ ਹੋਇਆ ਐਟ ਪਾਈ मतलब 180 डिग्री, ਜਿੱਥੋਂ ਸ਼ੁਰੂ ਹੁੰਦੀ ਨੈਗੇਟਿਵ ਹਾਫ ਸਾਈਕਲ, ਦਾ ਸਪਲਾਈ ਵੋਲਟੇਜ ਬਿਕਮ 0। ਉਸ ਟਾਈਮ ਤੇ ਵੋਲਟੇਜ 0 ਹੋ ਜਾਣੀ ਹੈ, ਬਿਕੋਜ਼ ਆ ਚੀਜ਼ ਪਾਈ ਦੇ ਉੱਤੇ ਸਾਡੀ ਵੋਲਟੇਜ ਇਨਪੁਟ ਵੋਲਟੇਜ 0 ਹੋ ਜਾਂਦੀ ਹੈ ਐਂਡ IO ਇਜ਼ ਮੈਕਸਿਮਮ। ਆਪਾਂ ਪੜਿਆ ਸੀਗਾ ਕਿ ਸਾਡਾ ਜਿਹੜਾ ਡਿਊ ਟੂ ਇੰਡਕਟਰ ਜਿਹੜਾ ਉਸ ਟਾਈਮ ਤੇ ਕਰੰਟ ਆਂਦਾ ਸੀ ਉਹ ਪਾਈ ਦੇ ਉੱਤੇ ਮੈਕਸਿਮਮ ਹੋ ਜਾਂਦਾ ਸੀ। ਸੋ IO ਮੈਕਸਿਮਮ ਹੈ ਇਸ ਪੁਆਇੰਟ ਤੇ, ਵੋਲਟੇਜ 0 ਹੈ। ਆਫਟਰ ਪਾਈ ਥਾਇਰਿਸਟਰ ਟਰਾਈਜ਼ ਟੂ ਟਰਨ ਆਫ, ਜਿਹੜਾ ਥਾਇਰਿਸਟਰ ਹੈ ਉਹ टर्न ऑफ होने की कोशिश करेगा बिकॉज ऑफ नेगेटिव सप्लाई नैचुरल कम्यूटेशन करके, बट एनर्जी स्टोर्ड इन लोड इंडक्टर जनरेट द वोल्टेज। पर सानू जिहड़ी इत्थे सप्लाई एनर्जी स्टोर हुई सीगी, आपां कहा सी कि इंडक्टर चार्ज हो रहा, वो सानू कुछ एनर्जी इत्थे स्टोर हो रही है। हुण पिछों अगर नैगेटिव वोल्टेज आ भी गई, इन्हें स्टोर्ड एनर्जी नू इत्थों दी इधर भेजना शुरू कर देना। दैट मीनस वो सर्किट हाले क्लोज नहीं होना, मतलब SCR हाले टर्न ऑफ नहीं होना इस पॉइंट पे आके भी, because there is an energy stored in the inductor, वो डिस्चार्ज होनी शुरू हो जाएगी, ठीक है। एनर्जी की वैल्यू की है, दिस इज द वैल्यू LdI/dt। the inductive load will try to maintain the current through it unchanged and in the same direction। ਜਿਹੜਾ करंट होएगा उस टाइम ਤੇ ਉਹ फ्लो करेगा, ਉਹ पर थोड़ा करेगा, मतलब ਇਹ slowly डिक्रीज होना शुरू हो जाएगा ਤੇ पॉजिटिव ਦੇ ਵਿੱਚ ਹੀ होएगा। मतलब IO will not be negative in this time, वोल्टेज जरूर नेगेटिव होएगी उस टाइम ਤੇ, बट जो करंट होएगा वो अनचेंज होएगा, मतलब वो मेनटेन रखेगा अपने आप को, करंट फ्लो करता रहेगा, घटता रहेगा पॉजिटिव दे विच, ठीक है। ये बारे होर भी दिता होया, द इंड्यूस्ड वोल्टेज फॉरवर्ड बायस द थायरिस्टर इन द नेगेटिव हाफ साइकिल। हाले जिहड़ा थायरिस्टर है वो फॉरवर्ड बायस च है बिकॉज ऑफ दिस करंट फ्लोइंग इन द सर्किट एंड मेनटेन्स इन द कंडक्शन स्टेट। SCR उस टाइम ते भी कंडक्शन स्टेट विच होएगा। The load current decreases in amplitude but flows in the same direction, but the load voltage is negative। इस टाइम ते load voltage negative आएगी ते जेड़ा load current होएगा वो साडा की होएगा, positive होएगा, but slowly decrease करेगा, ठीक है। मोड 3 जेड़ा है इनू आपां एज आ जेड़ा यूज होएगा वो च ए लोड सोर्स की तरह काम करेगा, this will act like a source एंड जेड़ा साडे कोल सोर्स होएगा इट विल एक्ट लाइक अ लोड, मतलब इत्थों दी करंट शुरू होएगा एंड सोर्स वाल जाएगा। सो सोर्स टू लोड साडा डायरेक्शन चेंज हो जानी है इस टाइम, ठीक है। द लोड एक्ट एज अ सोर्स एंड रिटर्न्स द स्टोर्ड एनर्जी टू द AC सप्लाई, इस टाइम पे वापस भेजेगा सप्लाई। तो यह हैगा साडा मोड 3, राइट। इस टाइम पे की होएगा दी वेवफॉर्म मैं आगे दिखाऊंगा।
उस तो बाद चलते हैं ਆਪਾਂ कदों तक होएगा ਜਦੋਂ तक बीटा नहीं आ जाता। बीटा की होना जिस पॉइंट ते आके साडा ਜਿਹੜਾ इंडक्टर है वो डिस्चार्ज हो चुका पूरा, इंडक्टर इज फुली डिस्चार्ज इज दिस टाइम। उस टाइम ते की होना द आउटपुट करंट IO ट्राइज टू गो 0, उस टाइम ते आउटपुट करंट साडा 0 हो जाना, IO 0 हो जाएगा एंड IO 0 हो गया ते VO तो ऑलरेडी नेगेटिव दे विच सीगा, आपां इत्थों दी पढ़ना बीटा तो लैके 2 पाई तक आ चीज पढ़नी हो। इस टाइम ਦੇ वोल्टेज तो ऑलरेडी नेगेटिव है, दैट मीन ਸਾਡਾ ਜਿਹੜਾ IO 0 ਹੋਏਗਾ ਡਿਊ ਟੂ ਦਿਸ ਇੰਡਕਟਰ, ਜਦੋਂ ਡਿਸਚਾਰਜ ਹੋ ਜਾਏਗਾ ਇੰਡਕਟਰ ਤਾਂ ਦੋਨੋਂ ਚੀਜ਼ਾਂ ਜਿਹੜੀਆਂ ਉਹਨੇ ਕੀ ਕਰਨਾ SCR ਨੂੰ ਕਰ ਦੇਣਾ ਓਪਨ ਸਰਕਟ। ਸੋ ਐਟ ਦੈਟ ਟਾਈਮ ਦਾ SCR ਵਿਲ ਐਕਟ ਐਜ਼ ਐਨ ਓਪਨ ਸਰਕਟ ਤੇ SCR ਹੋ ਜਾਏਗਾ ਆਫ, ਸਾਡੇ ਕੋਲ ਨਾ ਤਾਂ ਕੋਈ ਆਊਟਪੁੱਟ ਵੋਲਟੇਜ ਮਿਲੇਗੀ ਨਾ ਆਊਟਪੁੱਟ ਕਰੰਟ ਮਿਲੇਗਾ ਉਸ ਟਾਈਮ ਤੇ, ਹੈਂਸ ਦਾ ਆਊਟਪੁੱਟ ਵੋਲਟੇਜ ਐਂਡ ਆਊਟਪੁੱਟ ਕਰੰਟ ਆਰ 0। ਇਹ ਕਦੋਂ ਹੋਏਗਾ? ਮੋਡ 4 ਦੇ ਵਿੱਚ ਹੋਏਗਾ। ਸੋ ਚਾਰੋਂ ਮੋਡ ਵਿੱਚ ਆਪਾਂ ਡਿਸਕਸ ਕਰ ਲਿਆ ਕਿਹੜੇ ਮੋਡ ਤੇ ਕੀ ਕੰਮ ਹੁੰਦਾ। ਹੁਣ ਆਪਾਂ ਵੇਵ ਫਾਰਮ ਤੇ ਆਉਂਦੇ ਹਾਂ। ਵੇਵ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਦਿਸ ਇਜ਼ ਦਾ ਇਨਪੁਟ ਵੋਲਟੇਜ ਜੋ ਕਿ ਨਾਰਮਲ ਆਪਾਂ AC ਸਪਲਾਈ ਦਿੱਤੀ ਹੈ। ਇਹਦੇ ਵਿੱਚ ਆਪਾਂ ਦਿਸ ਪੁਆਇੰਟ ਇਜ਼ ਕਾਲਡ ਅਲਫਾ, ਦਿਸ ਪੁਆਇੰਟ ਇਜ਼ ਕਾਲਡ ਬੀਟਾ। ਸਭ ਤੋਂ ਪਹਿਲਾਂ ਪੋਜ਼ਿਟਿਵ ਹਾਫ ਸਾਈਕਲ ਮੋਡ 1 ਦੀ ਗੱਲ ਕਰਦੇ ਹਾਂ, ਦਿਸ ਇਜ਼ ਮੋਡ 1। ਇਹਦੇ ਵਿੱਚ ਤਾਂ ਪਹਿਲਾਂ ਦੇਖੋ ਆਊਟਪੁੱਟ ਵੋਲਟੇਜ 0 ਆ ਰਹੀ ਹੈ ਤੇ ਜਿਹੜਾ ਆਊਟਪੁੱਟ ਕਰੰਟ ਆ ਰਿਹਾ ਉਹ ਵੀ 0 ਆ ਰਿਹਾ। ਦਿਸ ਇਜ਼ IO, ਦਿਸ ਇਜ਼ VO, ਆਊਟਪੁੱਟ ਵੋਲਟੇਜ ਆਊਟਪੁੱਟ ਕਰੰਟ ਦੋਨੋਂ ਟਾਈਮ ਤੇ 0 ਆ ਰਹੇ। पर जिद्दां ही अल्फा पहुंचता आप गेट पल्स देंगे, दिस इज कॉल्ड गेट पल्स। गेट पल्स ना की होएगा SCR टर्न ऑन हो जाएगा। SCR टर्न ऑन हो गया तो की होएगा जिहड़ी इनपुट वोल्टेज आउटपुट के उत्ते शो होनी शुरू हो जाएगी। सो दिस इज द आउटपुट वोल्टेज सेम होएगी अकॉर्डिंग टू दैट, ठीक है। ते आउटपुट करंट साडा इंडक्टर करके वधना शुरू हो जाएगा बट ਉਹਦਾ ਉਹਨੂੰ नहीं फॉलो करेगा जिद्दां वोल्टेज हो रही उदा नहीं हो रहा। I is always lagging behind the voltage। आई फॉलो करेगी वोल्टेज ਨੂੰ बट लैग करेगी। लैग मीनस कि ਉਹ ਵੱਧ ਕੇ ਘਟ ਵੀ ਗਿਆ ਤੇ ਹਾਲੇ ਵੱਧ ਹੀ ਰਹੀ ਹੈ। ਸੋ IO ਜਿਹੜਾ ਆ ਉਹ ਵੱਧਦਾ ਰਹੇਗਾ ਐਂਡ ਪਾਈ ਤੇ ਆ ਕੇ ਫੁੱਲ ਮੈਕਸਿਮਮ ਹੋਏਗਾ। ਉਸ ਤੋਂ ਬਾਅਦ ਤੀਜਾ ਮੋਡ ਕਹਿੰਦਾ ਸਾਡਾ ਪਾਈ ਤੋਂ ਬੀਟਾ ਤੱਕ, ਜਿਹਦੇ ਵਿੱਚ ਵੋਲਟੇਜ ਨੈਗੇਟਿਵ ਹੋ ਜਾਂਦੀ ਹੈ। ਵੋਲਟੇਜ ਨੈਗੇਟਿਵ ਹੋ ਗਈ ਤਾਂ ਸਾਡੀ ਜਿਹੜੀ ਆਊਟਪੁੱਟ ਵੋਲਟੇਜ ਆ ਉਹ ਵੀ ਨੈਗੇਟਿਵ ਆਣੀ ਸ਼ੁਰੂ ਹੋ ਗਈ। ਉਸ ਟਾਈਮ ਤੇ ਜਿਹੜਾ ਕਰੰਟ ਹੈ ਸਾਡਾ ਪੋਜ਼ਿਟਿਵ 'ਚ ਹੀ ਰਹੇਗਾ ਬਟ ਘਟਣਾ ਸ਼ੁਰੂ ਹੋ ਜਾਏਗਾ। L ਜਿਹੜਾ ਡਿਸਚਾਰਜ ਹੋਣਾ ਸ਼ੁਰੂ ਹੋ ਜਾਏਗਾ, ਇੱਥੇ ਲਿਖਿਆ ਦੇਖੋ डिस्चार्जिंग ऑफ इंडक्टर। सो ਇਹ ਸਾਡੇ ਕੋਲ ਆਊਟਪੁੱਟ ਕਰੰਟ ਆ ਗਿਆ। ਬੀਟਾ ਤੇ ਆ ਕੇ ਕੀ ਹੋਏਗਾ ਜਦੋਂ ਫੁੱਲੀ ਡਿਸਚਾਰਜ ਹੋ ਜਾਏਗਾ ਇੰਡਕਟਰ, ਉਸ ਟਾਈਮ ਤੇ ਵੋਲਟੇਜ ਸਾਡੇ ਕੋਲ ਹਾਲੇ ਵੀ ਨੈਗੇਟਿਵ ਹੈ। ਸਾਡੀ ਇੱਥੋਂ ਵੋਲਟੇਜ 0 ਹੋ ਜਾਏਗੀ ਬਿਕੋਜ਼ SCR ਟਰਨ ਆਫ ਹੋ ਜਾਏਗਾ। ਇਸ ਪੁਆਇੰਟ ਤੇ ਆ ਕੇ SCR ਟਰਨ ਆਫ ਹੋ ਗਿਆ, ਨਾ ਸਾਡੇ ਕੋਲ ਆਊਟਪੁੱਟ ਵੋਲਟੇਜ ਆਏਗੀ ਨਾ ਸਾਡੇ ਕੋਲ ਆਊਟਪੁੱਟ ਕਰੰਟ ਹੋਏਗਾ। ਸੋ ਇੱਕ ਸਾਈਕਲ ਤੱਕ ਇਹ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਅਗਰ ਦੁਬਾਰਾ ਸ਼ੁਰੂ ਕਰਨਾ ਫਿਰ ਉਹੀ ਪ੍ਰੋਸੈਸ ਹੋਏਗਾ। ਸਾਡੇ ਕੋਲ ਆਊਟਪੁੱਟ ਵੋਲਟੇਜ ਇਦਾਂ ਦੀ ਮਿਲਣੀ ਸ਼ੁਰੂ ਹੋ ਜਾਏਗੀ। अगर मैं कंपेयर करा विद द रेजिस्टिव लोड च आ चीज नहीं सी। ਸਾਡੇ ਕੋਲ ਆਊਟਪੁੱਟ ਵੋਲਟੇਜ ਨੈਗੇਟਿਵ ਚ ਨਹੀਂ ਜਾਂਦੀ ਸੀ ਪਰ ਇਹਦੇ ਵਿੱਚ ਆਊਟਪੁੱਟ ਵੋਲਟੇਜ ਨੈਗੇਟਿਵ ਚ ਜਾ ਰਹੀ ਹੈ। ਬਟ ਅਗਰ ਮੈਂ ਕਰੰਟ ਦੀ ਕੰਪੈਰੀਜ਼ਨ ਕਰਾਂ ਇਹਦੇ ਵਿੱਚ ਕਰੰਟ ਥੋੜਾ ਜ਼ਿਆਦਾ ਆ ਰਿਹਾ ਰੈਦਰ ਦੈਨ ਦਾ ਰੈਜ਼ਿਸਟਿਵ ਲੋਡ। ਸੋ ਦਿਸ ਵਿਲ ਬੀ ਦਾ ਇਫੈਕਟ ਆਫ HWCR ਵਿਦ ਇੰਡਕਟਿਵ ਲੋਡ, ठीक है। और ਇਹ ਵਾਲਾ ਜਿਹੜਾ ਆਪਰੇਸ਼ਨ ਹੈ ਦਿਸ ਇਜ਼ ਕਾਲਡ ਡਿਸਕੰਟੀਨਿਊਸ। ਡਿਸਕੰਟੀਨਿਊਸ ਕਿਉਂ ਆ? ਬਿਕੋਜ਼ ਇਹਦੇ ਵਿੱਚ ਕਰੰਟ ਟੁੱਟ ਰਿਹਾ, ਹਾਲੇ ਇੱਥੋਂ ਦੀ ਲੈ ਕੇ ਇੱਥੇ ਤੱਕ ਟੁੱਟ ਰਿਹਾ। ਕੰਟੀਨਿਊਸ ਵਿੱਚ ਇਹ ਵੀ ਨਹੀਂ ਟੁੱਟੇਗਾ, ਫਲੋ ਕਰਦਾ ਰਹੇਗਾ। So this was HWCR with inductive load। ਕੁਛ ਇਹਦੀਆਂ ਡਿਸਐਡਵਾਂਟੇजेस ਹੈ ਜਿਹੜੀਆਂ ਕਿ ਅਗਲੇ ਟੌਪਿਕ ਵਿੱਚ ਇਹਨੂੰ ਓਵਰਕਮ ਕਰਾਂਗੇ। ਉਹ ਕੀ ਹੈਗੀਆਂ ਮੈਂ ਬੋਲ ਦਿੰਦਾ। ਆਊਟਪੁੱਟ ਵੋਲਟੇਜ ਪਹਿਲਾਂ ਤਾਂ ਨੈਗੇਟਿਵ ਆ ਰਹੀ ਹੈ, ਉਹ ਸਾਨੂੰ ਨਹੀਂ ਚਾਹੀਦੀ। ਐਵਰੇਜ DC ਵੋਲਟੇਜ ਜਿਹੜੀ ਆ ਉਹ ਡਿਕਰੀਜ਼ ਹੋ ਰਹੀ ਹੈ ਬਿਕੋਜ਼ ਜਿਹੜੀ ਆਊਟਪੁੱਟ ਹੈ ਉਹ ਨੈਗੇਟਿਵ 'ਚ ਜਾ ਰਹੀ ਹੈ। ਨੈਗੇਟਿਵ ਵੋਲਟੇਜ ਨਾਲ ਜਿਹੜੀ ਟੋਟਲ ਐਵਰੇਜ ਆ ਰਹੀ ਸੀ ਉਹ ਡਿਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਆਊਟਪੁੱਟ ਵੋਲਟੇਜ ਡਿਕਰੀਜ਼ ਹੋ ਰਹੀ ਹੈ, ਡਿਕਰੀਜ਼ ਵੀ ਹੋ ਰਹੀ ਹੈ, ਨੈਗੇਟਿਵ 'ਚ ਵੀ ਜਾ ਰਹੀ ਹੈ, ਫਲਕਚੁਏਸ਼ਨ ਵੱਧ ਰਹੀ ਹੈ, ओवरऑल परफॉर्मेंस डिक्रीज हो जाती है तो एफिशिएंसी डिक्रीज हो जाती है। ਇਹਦਾ ਸਾਨੂੰ ਨੁਕਸਾਨ ਹੈ ਜਿਹੜਾ ਡਿਸਕੰਟੀਨਿਊਸ ਆਪਰੇਸ਼ਨ ਦਾ। तो ਇਹਨੂੰ ਓਵਰਕਮ ਕਰਨ ਲਈ ਆਪਾਂ ਇਹਨੂੰ ਕੰਟੀਨਿਊਸ ਕਰੰਟ ਦੇ ਵਿੱਚ ਕਨਵਰਟ ਕਰਦੇ ਹਾਂ। ਉਹਦੇ ਲਈ ਇੱਕ ਫ੍ਰੀ ਵੀਲਿੰਗ ਡਾਇਓਡ ਲਗਾਉਂਦੇ ਹਾਂ ਆਪਾਂ, ਫ੍ਰੀ ਵੀਲਿੰਗ ਡਾਇਓਡ ਕਹਿੰਦੇ ਆਪਾਂ। ਉਹ ਡਾਇਓਡ ਦੀ ਹੈਲਪ ਨਾਲ ਆਪਾਂ ਇਹਨੂੰ ਜਿਹੜੀਆਂ ਇਹਦੀਆਂ ਡਿਸਐਡਵਾਂਟੇजेस ਆ ਉਹ ਕੰਪਲੀਟ ਆਪਾਂ ਸਹੀ ਕਰ ਦਿੰਦੇ ਹਾਂ। ਸੋ ਦਿਸ ਵਾਸ ਆਲ ਅਬਾਊਟ HWCR ਵਿਦ ਇੰਡਕਟਿਵ ਲੋਡ। ਇਹਦੇ ਰਿਗਾਰਡਿੰਗ ਕੋਈ ਟੌਪਿਕ ਪੁੱਛਣਾ ਹੈ, ਕੋਈ ਕੁਐਸਚਨ ਪੁੱਛਣਾ ਤੇ ਪੁੱਛ ਸਕਦੇ। हाँ जी आ जाओ। गुड मॉर्निंग सर। गुड मॉर्निंग जी। हाँ जी नैन्सी, एनी क्वेश्चन? गुड मॉर्निंग सर। गुड मॉर्निंग बच्चे।
हाँ जी नैन्सी, कोई क्वेश्चन बच्चा? सर हाँ जी बच्चे। अगर सर फ्लक्चुएशन इंक्रीज हो जाएगी तो रेक्टिफायर में असर पड़ेगा। आवाज कम आ रही तेरी, सच करती हूँ रिपीट करना। सर, मैं सच करती हूँ आपको ये वाला क्वेश्चन। आवाज नहीं आ रही, मैसेज कर दे, चैट कर दे, चैट से क्लियर कर देता हूँ। गुरचरण, जी सर। कोई बेटा कोई क्वेरी? नो सर। समझ आ गया? नहीं मतलब सर उदा एक बारी दोबारा देखूंगा वीडियो ਤੁਹਾਡੀ मतलब कि ਜਾਂ ਇਹਦੇ ਨੋਟਸ ਜਿਹੜੇ ਤੁਸੀਂ ਭੇਜੇ ਉਹ रीड आउट करके देखूंगा फिर उस तो बाद। ठीक है। हाँ जी अजय। सर HWCR ਦੀ ਫੁੱਲ ਫਾਰਮ ਕੀ? बेटा हाफ वेव कंट्रोल्ड रेक्टिफायर। ਤੁਸੀਂ ਲਾਸਟ ਟੌਪਿਕ ਵੀਡੀਓ ਨਹੀਂ ਨਾ ਲੈਕਚਰ ਲਗਾਇਆ ਸੀ? ਨਹੀਂ ਸਰ। ਉਹਨੂੰ ਪੜਿਆ ਵੀ ਨਹੀਂ ਹੋਣਾ, ਆਪਾਂ ਬਾਅਦ ਚੋਂ ਦੇਖੀ ਵੀ ਨਹੀਂ ਹੋਣੀ ਵੀਡੀਓ। ਬੱਚੇ ਪੈਂਡਿੰਗ ਜਿਹੜੇ ਕੰਮ ਆ ਨਾਲ ਨਾਲ ਆਪੇ ਕਰਿਆ ਕਰੋ। ਟੀਚਰ ਨੇ ਕੱਲੇ ਕੱਲੇ ਬੱਚੇ ਨੂੰ ਹੁਣ ਏਦਾਂ ਤਾਂ ਮੈਨੂੰ ਹੋਣਾ ਨਹੀਂ ਕਿ ਮੈਂ ਕੱਲੇ ਕੱਲੇ ਨੂੰ ਮੈਸੇਜ ਕਰਕੇ ਕਹਾਂ ਕਿ ਤੂੰ ਵੀ ਪੜ੍ਹ ਤੂੰ ਵੀ ਪੜ੍ਹ। ਗਰੁੱਪ ਦੇ ਵਿੱਚ ਮੈਂ ਲਿੰਕ ਪਾ ਦਿੰਦਾ, ਇਹਦਾ ਮਤਲਬ ਆਪਾਂ ਸਾਰਿਆਂ ਨੇ ਉਹਨੂੰ ਦੇਖਣਾ। ਇਹ ਨਹੀਂ ਕਿ ਉੱਥੇ ਰੁਕ ਜਾਣਾ ਆਪਾਂ, ਅਗਲੇ ਦਿਨ ਆਪਾਂ ਨੈਕਸਟ ਟੌਪਿਕ ਵੀ ਪੜ੍ਹਨਾ, ਸੋ ਆਪੇ ਹੀ ਦੇਖ ਲਿਆ ਕਰੋ। ਸਾਡਾ ਮੇਨ ਮਕਸਦ ਹੈਗਾ ਕਿ ਰੈਕਟੀਫਾਇਰ ਬਣਾਉਣਾ। ਆਪਾਂ ਰੈਕਟੀਫਾਇਰ ਹੁੰਦਾ AC to DC ਕਨਵਰਟ ਕਰਦਾ ਸਿਗਨਲ ਨੂੰ, ਤੇ ਉਹ ਆਪਾਂ SCR ਦੀ ਹੈਲਪ ਦੇ ਨਾਲ ਬਣਾਉਂਦੇ ਪਏ। ਤੇ ਜਿਹੜਾ SCR ਦੀ ਹੈਲਪ ਨਾਲ ਰੈਕਟੀਫਾਇਰ ਬਣਦਾ ਉਹਨੂੰ ਕੰਟਰੋਲਡ ਰੈਕਟੀਫਾਇਰ ਕਹਿੰਦੇ ਆ। ਦੋ ਤਰ੍ਹਾਂ ਦਾ ਹੁੰਦਾ, ਹਾਫ ਵੇਵ ਤੇ ਫੁੱਲ ਵੇਵ। ਹਾਲੇ ਆਪਾਂ ਹਾਫ ਵੇਵ ਪੜ੍ਹ ਰਹੇ ਹਾਂ, ਅੱਗੋਂ ਆਪਾਂ ਫੁੱਲ ਵੇਵ ਵੀ ਪੜਾਂਗੇ। ਠੀਕ ਹੈ, ਸੋ ਹਾਫ ਵੇਵ ਦੇ ਵਿੱਚ ਵੀ ਉਹਨਾਂ ਨੇ ਅੱਗੋਂ ਇਹਨੂੰ ਦੋ ਤਰੀਕੇ ਨਾਲ ਵੰਡਿਆ ਹੋਇਆ, ਇੱਕ ਰੈਜ਼ਿਸਟਿਵ ਲੋਡ 'ਚ, ਇੱਕ ਇੰਡਕਟਿਵ ਲੋਡ। ਰੈਜ਼ਿਸਟਿਵ ਲੋਡ ਵਿੱਚ ਆਪਾਂ ਲਾਸਟ ਟਾਈਮ ਕਰ ਲਿਆ ਸੀ, ਉਹਦੀ ਵੀਡੀਓ ਪਈ ਹੋਈ ਹੈ, ਲਿੰਕ ਪਾਇਆ ਹੋਇਆ ਮੈਂ ਗਰੁੱਪ ਦੇ ਵਿੱਚ। ਤੇ ਇੰਡਕਟਿਵ ਲੋਡ ਆਪਾਂ ਕਰ ਰਹੇ ਹਾਂ ਅੱਜ। ਉਹਦੇ 'ਚ ਆਪਾਂ ਸਿਰਫ ਹਾਲੇ ਡਿਸਕੰਟੀਨਿਊਸ ਆਪਰੇਸ਼ਨ ਪੜਿਆ, ਕੰਟੀਨਿਊਸ ਆਪਰੇਸ਼ਨ ਆਪਾਂ ਇਸ ਤੋਂ ਬਾਅਦ ਪੜਾਂਗੇ। ਸੋ ਇਹਦੇ ਰਿਲੇਟਡ ਜੋ ਅੱਜ ਪੜਾਇਆ ਉਹਦੇ ਰਿਲੇਟਡ ਕੋਈ ਕੁਐਰੀ ਉਹ ਪੁੱਛ ਲਓ। HWCR ਦੀ ਫੁੱਲ ਫਾਰਮ ਦੱਸਤੀ, ਹੋਰ ਕੋਈ ਕੁਐਰੀ? Anyone, ਕਿਸੇ ਦੀ ਕੋਈ ਕੁਐਰੀ ਪੁੱਛ ਲਓ ਬੱਚੇ। ਸਰ ਜਿਹੜੀ ਗੇਟ ਹੈ ਉਹਨੂੰ ਟ੍ਰਿਗਰ ਸਰ ਕਿੱਦਾਂ ਕਰਨਾ? ਯਾਰ ਗੇਟ ਨੂੰ ਟ੍ਰਿਗਰ ਕਰਨ ਦੇ ਅਲੱਗ-ਅਲੱਗ ਤਰੀਕੇ ਆ। ਗੇਟ ਪਲਸ ਦੇ ਦਿਓ, UJT ਤੋਂ ਦੇ ਦਿਓ, ਡਾਇਕ ਤੋਂ ਦੇ ਦਿਓ। ਉਹ ਸਰਕਟ ਨਹੀਂ ਵਿੱਚ ਬਣਾਇਆ ਇਹਦੇ ਵਿੱਚ ਸਰ ਜਿੱਦਾਂ ਹਾਂਜੀ ਉਹੀ ਹਾਂ, ਉਹ ਤਾਂ ਆਪਾਂ ਪਹਿਲਾਂ ਪੜ੍ਹ ਲਿਆ ਕਿ ਗੇਟ, ਉਹਦੇ 'ਚ ਆਪਾਂ ਬਸ ਇਹ ਸ਼ੋ ਕਰਨਾ ਕਿ ਗੇਟ ਪਲਸ ਦੇਤੀ। ਉਹ ਸਰਕਟ 'ਚ ਨਹੀਂ ਸ਼ੋ ਕਰਨਾ, ਆਪਾਂ ਜਸਟ ਵਰਡਿੰਗ 'ਚ ਦੱਸ ਦੇਣਾ ਕਿ ਗੇਟ ਪਲਸ ਦੇਤੀ, ਹੁਣ ਕੀ ਇਫੈਕਟ ਪਏਗਾ। ਠੀਕ ਹੈ। ਹਾਂਜੀ ਪੁਲਕਿਤ। क्लियर है सर? एज ओके बेटा, मैं वीडियो अपलोड कर देता हूँ, एक बार देख सर। हाँ जी बच्चे। सर मैंने कहा क्लियर है सर। ओके पुत्र ओके। परम सिंह गुड मॉर्निंग। सत श्री अकाल सर। सत श्री अकाल कितना पुत्र? बढ़िया जी बढ़िया। टॉपिक समझ आया थोड़ा? हाँ जी थोड़ा थोड़ा आया, बाकी देखा है दोबारा। पुरानी वीडियोस देख लेना, जो भी प्रॉब्लम आएगी पूछ लेना, पेंडिंग काम ना रखे। ठीक है सर। शगुन। ठीक है ठीक। तो समझ आ गया जी, आवाज कट कट के आ रही है, एक बार वीडियो देख के डाउट पूछता हूँ। राइट हरनेक। सर ਉਹ ਵਿੱਚ ਤੁਸੀਂ ਦੱਸਿਆ ਸੀ ਕੋਇਲ ਜਿਹੜੀ ਉਹ ਲੋਡ ਜਿਹੜੀ ਹੈਗੀ ਹੈ ਕੋਇਲ ਉਹ ਵੀ ਇੰਚਾਰਜ ਹੁੰਦੀ ਹੈ? ਆਹੋ, ਇੰਡਕਟਰ ਦਾ ਨਾ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਉਹਨੂੰ ਜਦੋਂ ਆਪਾਂ ਕਰੰਟ ਦਿੰਨੇ ਆ ਨਾ, ਜਿਹੜਾ ਕਰੰਟ ਪਿੱਛੋਂ ਚੇਂਜ ਹੋ ਕੇ ਆ ਰਿਹਾ AC ਕਰੰਟ ਮੰਨ ਲਓ, ਉਹ ਕੀ ਕਰਦਾ, ਉਹਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਆਪਣੇ ਅੰਦਰ। ਮਤਲਬ ਉਹ ਅੱਗੇ ਨਹੀਂ ਜਾਣ ਦਿੰਦਾ, ਅੱਗੇ ਉਹਨੇ ਉਹਨਾਂ ਕੋਈ ਭੇਜਣਾ ਹੁੰਦਾ
ਕਿ ਉਹ ਲੱਗੇ ਕਿ ਕਨਸਟੈਂਟ ਕਰੰਟ ਹੈ, ਉਹਨੂੰ ਰੋਕਦਾ ਹੈ ਚੇਂਜ ਹੋਣ ਤੋਂ। ਉਹਦੀ ਪ੍ਰੋਪਰਟੀ ਹੁੰਦੀ BEE ਚ ਪੜਿਆ ਹੋਇਆ ਆਪਾਂ ਇਹ ਟੌਪਿਕ। ਸੋ ਮੈਗਨੈਟਿਕ ਫੀਲਡ ਜਨਰੇਟ ਕਰਦਾ ਵਿੱਚ। ਹਾਂ ਮੈਗਨੈਟਿਕ ਫੀਲਡ Store ਜਨਰੇਟ ਕਰ ਕਰਕੇ। ਦਿੰਦਾ ਹੈ, ਯੈਸ, ਸਟੋਰ ਕਰਕੇ। ਜਿਹੜੀ ਆਊਟਪੁੱਟ ਆਂਦੀ ਉਸ ਟਾਈਮ ਤੇ ਉਹ ਕੀ ਹੁੰਦਾ, ਪਿੱਛੋਂ ਕਰੰਟ ਚੇਂਜ ਹੋ ਰਿਹਾ ਪਰ ਆਊਟਪੁੱਟ ਤੇ ਬਹੁਤ ਘੱਟ ਚੇਂजेस ਦਿਖਦੇ ਆ, ਮਤਲਬ ਉਹਨੂੰ ਕੀ ਕਰਦਾ, ਹੌਲੀ ਹੌਲੀ ਚੇਂਜ ਕਰੇਗਾ, ਅਪੋਜ਼ ਕਰੇਗਾ, ਪਰ ਇਹਦੇ ਚ ਨਿਕਲ ਜਾਂਦਾ ਕਰੰਟ ਪਰ ਹੌਲੀ ਹੌਲੀ ਨਿਕਲਦਾ। तो आप कह सकते एक डिले सर्किट है L ਜਿਹੜਾ करंट ਵਧੇਗਾ, ਪਿੱਛੋਂ करंट ਵੱਧ ਰਿਹਾ ਉਹਦੇ ਨਾਲ ਵਧੇਗਾ ਪਰ ਹੌਲੀ ਵਧੇਗਾ, ਉਨੀ ਦੇਰ ਤੱਕ ਉਹ ਨੈਗੇਟਿਵ ਹੋ ਜਾਂਦਾ ਹੈ, ਨੈਗੇਟਿਵ ਹੋਏਗਾ ਤੇ ਡਿਸਚਾਰਜ ਹੋ ਜਾਏਗਾ, ਉਹ ਫਿਰ ਹੌਲੀ ਹੌਲੀ ਘਟੇਗਾ। ਸਰਵਨ क्लियर सर। गौरव क्लियर है सर। जिन्होंने ने अटेंडेंस नहीं लवाई थी वो पहला लवा लो यार। कौन कौन आया बाद विच? 330 सर 334 334 करम तेरा 330 332 सर। हाँ जी सर 332 332 बस बाकियां दी लग गई सी। गुरचरण तेरी भी नहीं लगी सी बेटा। 330 सर। ठीक है सर 308 प्रेजेंट। टाइम ते आया करो। सर मेरी लग गई सी। पुलकित हाँ जी सर। हाँ जी बेटा तेनू पूछया था सी। सर मेरी लगी 330। हाँ जी हाँ जी लग गई बेटा। आज तो ये टॉपिक ये वीडियो में अपलोड कर देना। जिन्हें हाले तक प्रॉपर नहीं कनैक्शन ना देखी हो एक बार वीडियो जरूर देख के मैनू पूछ लेना, बिकॉज ये टॉपिक तुसी किताब चो खुद पढ़ोगे तुहानू नहीं समझ आएगा। हर किताब दे विच अपने तरीके नाल दिता होया ते कई कंपलैक्स लाइनस भी दित्तियां होईयां। जे आपां खुद पढ़ांगे थोड़ा मुश्किल लगेगा, वीडियो दी रेफरेंस ना पढ़ांगे तो सौखा लगेगा। ठीक है, सो जरूर देख लेना, जे कोई प्रॉब्लम आए पूछ लेना। नेक्स्ट टाइम ते आपां कंटिन्यूस ऑपरेशन बारे पढ़ांगे। Okay, sir. Okay जी, ऑल द बेस्ट। Thank you, sir.